ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਰਹਿਣੀ ਹੈ ਉਹ ਹੈ ਟੌਪਿਕ ਸਾਡਾ ਸਪੇਸ ਸਾਇੰਸ ਐਂਡ ਟੈਕਨੋਲੋਜੀ ਟੌਪਿਕ ਦੇ ਅੰਡਰ ਸਭ ਤੋਂ ਪਹਿਲਾਂ ਅਸੀਂ ਟੌਪਿਕ ਕਵਰ ਕਰਾਂਗੇ ਸਪੇਸ ਸਾਇੰਸ। ਜਿਵੇਂ ਕਿ ਆਪਾਂ ਜਾਣਦੇ ਹਾਂ ਇਸ ਤੋਂ ਪਹਿਲਾਂ ਸਾਇੰਸ ਐਂਡ ਟੈਕਨੋਲੋਜੀ ਯੂਜ਼ਲੀ ਜਿਹੜਾ ਸਬਜੈਕਟ ਸੀਗਾ ਉਹ PPSC ਦੇ ਸਿਲੇਬਸ ਦੇ ਵਿੱਚ ਹੀ ਕਵਰ ਹੁੰਦਾ ਸੀਗਾ, ਪਰ ਜਿਹੜਾ ਰੀਸੈਂਟ ਚੇਂਜਸ ਕਰੀਆਂ ਨੇ, ਬਦਲਾਅ ਕਰੇ ਨੇ PSSB ਨੇ, ਤਾਂ ਹੁਣ ਤੁਸੀਂ ਦੇਖੋਗੇ ਕਿ ਲਗਭਗ ਉਹੀ ਜੋ PPSC ਦਾ ਸਿਲੇਬਸ ਹੈ ਕਾਪੀ ਪੇਸਟ ਜਸਟ ਇਹਨਾਂ ਨੇ GK ਵਾਲਾ ਪੋਰਸ਼ਨ ਇਹਦੇ 'ਚ ਕਰਤਾ PSSB 'ਚ। ਸਪੈਸ਼ਲੀ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦਾ ਸਿਲੇਬਸ ਦੇਖੀਏ ਤਾਂ ਉਹਦੇ ਹਿਸਾਬ ਨਾਲ ਸਾਇੰਸ ਐਂਡ ਟੈਕਨੋਲੋਜੀ ਸਾਨੂੰ ਹੁਣ PSSB ਦੇ ਵਿੱਚ ਵੀ ਪੜ੍ਹਨੀ ਪਏਗੀ। ਤਾਂ ਸਾਇੰਸ ਐਂਡ ਟੈਕਨੋਲੋਜੀ ਦੀ ਪੂਰੀ ਫੁੱਲ ਫਲੈਜ ਸੀਰੀਜ਼ YouTube ਦੇ ਉੱਤੇ ਮੈਂ ਕਰਵਾਊਂਗਾ, ਯਾਨੀ ਕਿ ਇਹਦਾ PDF ਐਜ਼ ਵੈਲ ਐਜ਼ ਵੀਡੀਓ ਸਾਰਾ ਕੁਝ ਫ੍ਰੀ ਆਫ ਕਾਸਟ ਹੋਣਗੀਆਂ ਆਪਣੇ ਚੈਨਲ ਦੇ ਉੱਪਰ, ਤੇ ਤੁਸੀਂ ਇਹਦੇ PDF ਵੀ ਲੈ ਕੇ ਪੜ੍ਹ ਸਕਦੇ ਹੋ ਤੇ ਐਜ਼ ਵੈਲ ਐਜ਼ ਪੂਰੀ ਸੀਰੀਜ਼ ਨੂੰ ਦੇਖ ਸਕਦੇ ਹੋ। ਸੋ ਇਹ ਤੋਂ ਇਲਾਵਾ ਸਾਡੇ ਪਲੇਟਫਾਰਮ ਦੇ ਉੱਤੇ ਅਸੀਂ ਹੋਰ ਕੀ ਤੁਹਾਡੇ ਲਈ ਉਪਰਾਲੇ ਲੈ ਕੇ ਆ ਰਹੇ ਹਾਂ ਜਿਹੜਾ ਆਉਣ ਵਾਲੇ 2 ਮੰਥ ਨੇ, ਜਦੋਂ ਤੱਕ ਆਪਣਾ ਐਕਸਾਈਜ਼ ਦਾ ਪੇਪਰ ਨਹੀਂ ਹੋ ਜਾਂਦਾ। ਦੇਖੋ ਇਹਦੇ ਵਿੱਚ ਇੱਕ ਤਾਂ ਅਸੀਂ ਟੈਸਟ ਸੀਰੀਜ਼ ਕੰਡਕਟ ਕਰਨ ਜਾ ਰਹੇ ਹਾਂ। 10 ਟੈਸਟ ਲਗਭਗ ਫੁੱਲ ਫਲੈਜ ਟੈਸਟ ਹੋਣਗੇ ਤੇ ਇਹ ਟੈਸਟ ਨੈਕਸਟ ਮੰਥ ਯਾਨੀ ਕਿ ਨਵੰਬਰ ਦੇ ਮੰਥ 'ਚ ਸ਼ੁਰੂ ਹੋ ਜਾਣਗੇ ਤੇ ਵੀਕ ਵਾਈਜ਼ ਹੋਣਗੇ। ਹਰ ਵੀਕਐਂਡ ਤੇ ਇਹ ਟੈਸਟ ਹੋਇਆ ਕਰੇਗਾ ਤੇ ਟਿਲ ਤੁਸੀਂ ਕਹਿ ਲਓ ਕਿ ਐਕਸਾਈਜ਼ ਦੇ ਪੇਪਰ ਤੱਕ ਜਾਂਦੇ ਜਾਂਦੇ ਜਨਵਰੀ ਤੱਕ, ਯਾਨੀ ਕਿ ਲਗਭਗ 21-22 ਜਨਵਰੀ ਨੂੰ ਹੋਣਾ ਪੇਪਰ, ਤਾਂ ਉਦੋਂ ਤੱਕ 10 ਪੂਰੇ ਫੁੱਲ ਫਲੈਜ ਟੈਸਟ ਆਪਾਂ ਕਵਰ ਕਰਾਂਗੇ। ਤੇ ਇਹ ਟੈਸਟ ਜਿਹੜੇ ਹੋਣਗੇ ਬਿਲਕੁਲ ਫ੍ਰੀ ਆਫ ਕਾਸਟ ਹੋਣਗੇ, ਯਾਨੀ ਕਿ ਜਿਹੜੇ ਸਾਡੇ ਨਾਲ ਬੱਚੇ ਇਨਰੋਲਡ ਨੇ ਆਲਰੇਡੀ ਸਾਡੇ ਕੋਰਸਿਸ ਵਿੱਚ ਨੇ ਉਹਨਾਂ ਲਈ ਤਾਂ ਹੈਗੇ ਨੇ। ਇਸ ਤੋਂ ਇਲਾਵਾ ਹੋਰ ਬੱਚੇ ਵੀ ਜਿਹੜੇ ਇੰਟਰਸਟਿਡ ਹੋਣਗੇ ਇਹਨੂੰ ਲੈ ਕੇ, ਤਿਆਰੀ ਨੂੰ ਲੈ ਕੇ, ਉਹ ਬਹੁਤ ਜ਼ਿਆਦਾ ਸੀਰੀਅਸ ਨੇਗੇ, ਉਹ ਇਹ ਟੈਸਟ ਦੇ ਕੇ ਮਤਲਬ ਆਪਣੀ ਤਿਆਰੀ ਨੂੰ ਹੋਰ ਵਧੀਆ ਤਰੀਕੇ ਤੇ ਵਧੀਆ ਲੈਵਲ ਤੱਕ ਲਿਜਾ ਸਕਦੇ ਨੇ। ਦੇਖੋ ਟੈਸਟ ਦਾ ਜੋ ਲੈਵਲ ਰਹੇਗਾ, ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਯੂਜ਼ਲੀ PSSB ਦੇ ਜਿਹੜੇ ਪੇਪਰ ਨੇ ਉਹਦੇ ਜ਼ਿਆਦਾਤਰ ਪੇਪਰ ਜਿਹੜੇ ਹੁਣ ਦੇ ਟਾਈਮ 'ਚ ਰੀਸੈਂਟ ਟਾਈਮ 'ਚ ਬਣ ਰਹੇ ਨੇ ਉਹ 2 ਹੀ ਏਜੰਸੀਆਂ ਨੇ, ਜਾਂ ਤਾਂ ਨਿਟਰ NITTR ਬਣਾਉਂਦਾ ਹੈ ਜਾਂ ਫਿਰ ਨਾਇਲਟ ਬਣਾਉਂਦਾ ਹੈ। ਨਿਟਰ ਨੇ, ਜਿਵੇਂ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਾਂ, ਉਦਾਹਰਨ ਦੇ ਤੌਰ ਤੇ ਆਪਣਾ ਪਟਵਾਰੀ ਦਾ ਪੇਪਰ ਸੀ ਤਾਂ ਉਹ ਨਿਟਰ ਨੇ ਕੰਡਕਟ ਕਰਿਆ, ਯਾਨੀ ਕਿ ਨਿਟਰ ਨੇ ਉਹ ਪੇਪਰ ਨੂੰ ਬਣਾਇਆ ਸੀਗਾ। ਆ ਕਲੈਰੀਕਲ ਦਾ ਪੇਪਰ ਜਾਂ ਜਿਹੜੇ ਰੀਸੈਂਟ ਪੇਪਰ ਹੋਏ ਨੇ ਇਹ ਨਾਇਲਟ ਨੇ ਬਣਾਏ ਨੇ। ਨਾਇਲਟ ਦਾ ਲੈਵਲ ਜਿਹੜਾ GK ਦਾ ਹੈਗਾ ਥੋੜਾ ਜਿਹਾ ਵਧੀਆ ਲੈਵਲ ਹੈ, ਸਾਨੂੰ ਉਸ ਲੈਵਲ ਤੱਕ ਸਾਨੂੰ ਪੜ੍ਹਨਾ ਪਊਗਾ। ਤਾਂ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਇਹ 10 ਟੈਸਟ ਹੋਣਗੇ ਫੁੱਲ ਫਲੈਜ, ਇਹ ਨਾਇਲਟ ਨੂੰ ਧਿਆਨ 'ਚ ਰੱਖਦੇ ਹੋਏ ਹੀ ਅਸੀਂ ਇਹਨਾਂ ਨੂੰ ਟੈਸਟਾਂ ਦਾ ਲੈਵਲ ਰੱਖਾਂਗੇ, ਤਾਂ ਕਿ ਆਪਾਂ ਨੂੰ ਆਈਡੀਆ ਹੋਵੇ ਕਿ ਜਦੋਂ ਅਸੀਂ ਪੇਪਰ 'ਚ ਜਾ ਕੇ ਬੈਠਾਂਗੇ ਸਾਨੂੰ ਉੱਥੇ ਕਿਸ ਲੈਵਲ ਦੇ ਸਵਾਲ ਦੇਖਣ ਨੂੰ ਮਿਲਣੇ ਨੇਗੇ। ਤਾਂ ਇਸ ਟੈਸਟ ਸੀਰੀਜ਼ ਦਾ ਤੁਸੀਂ ਸਾਰੇ ਲਾਹਾ ਲੈ ਸਕਦੇ ਹੋ, ਫਾਇਦਾ ਲੈ ਸਕਦੇ ਹੋ। ਤੇ ਇਹਦੇ ਲਈ ਤੁਹਾਨੂੰ PDF ਫਾਰਮੈਟ ਦੇ ਵਿੱਚ ਟੈਸਟ ਮਿਲ ਜਾਣਗੇ ਤੇ ਤੁਸੀਂ ਟੈਸਟ ਦੇ ਸਕਦੇ ਹੋ ਆਪਣੇ ਕਿਤੇ ਵੀ ਜਗ੍ਹਾ ਪ੍ਰਿੰਟ ਕਢਾ ਕੇ, ਉਹਨੂੰ ਬੈਠ ਕੇ ਜਿੱਥੇ ਵੀ ਤੁਸੀਂ ਆਪਣੇ ਸਿਟਿੰਗ ਟੇਬਲ ਦੇ ਉੱਤੇ, ਸਟੱਡੀ ਟੇਬਲ ਤੇ ਬੈਠ ਕੇ ਪੇਪਰ ਟੈਸਟ ਦੇ ਸਕਦੇ ਹੋਵੋਗੇ। ਇਹਦੇ ਲਈ ਤੁਸੀਂ ਨੇ ਸੰਪਰਕ ਕਰਨਾ ਨੰਬਰ ਤੇ 9914685650 ਤੇ ਇਹ ਨਵੰਬਰ ਦੇ ਯਾਨੀ ਕਿ ਫਸਟ ਵੀਕ ਤੋਂ ਸ਼ੁਰੂ ਹੋ ਜਾਣਗੇ ਆਪਣੇ ਜਿਹੜੇ ਟੈਸਟ ਹੋਣਗੇ। ਹਰ ਵੀਕ 'ਚ ਇੱਕ ਟੈਸਟ ਹੋਇਆ ਕਰੇਗਾ। ਤੇ ਅਗਲੀ ਖਾਸ ਗੱਲ ਜਿਹੜੀ ਹਮੇਸ਼ਾ ਸਾਡੇ ਤੋਂ ਸ਼ਿਕਾਇਤ ਰਹਿੰਦੀ ਹੈ ਬੱਚਿਆਂ ਦੀ ਕਿ ਅਸੀਂ ਟੈਸਟ ਦੀ ਐਕਸਪਲੇਨੇਸ਼ਨ ਨਹੀਂ ਨਾਲ ਦਿੰਦੇ, ਤੇ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਟੈਸਟ ਅਸੀਂ ਕੰਡਕਟ ਕਰਾਂਗੇ ਉਹਨਾਂ ਦੀ ਐਕਸਪਲੇਨੇਸ਼ਨ ਵੀ ਤੁਹਾਨੂੰ ਨਾਲ ਪ੍ਰੋਪਰ ਫੁੱਲੀ ਐਕਸਪਲੇਨਡ, ਉਹਦਾ ਸੋਲਿਊਸ਼ਨ ਵੀ ਨਾਲ ਪ੍ਰੋਵਾਈਡ ਕਰਾਂਗੇ, ਤਾਂ ਕਿ ਤੁਸੀਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਐਨਾਲਿਸਿਸ ਕਰ ਸਕੋ ਕਿ ਤੁਸੀਂ ਜਿਹੜਾ ਟੈਸਟ ਦਿੱਤਾ ਹੈ ਜੋ ਕਿੰਨਾ ਸਕੋਰ ਕਰ ਰਹੇ ਹੋ, ਕਿੱਥੇ ਗਲਤੀ ਹੋਈ ਹੈ, ਤਾਂ ਉਹ ਆਨਸਰ ਕੀ ਤੋਂ ਤੁਹਾਡਾ ਐਨਾਲਿਸਿਸ ਹੋ ਸਕਦਾ ਹੈ। ਦੂਜੀ ਚੀਜ਼ ਸਾਇੰਸ ਐਂਡ ਟੈਕ ਜਿਹੜੀ ਆ ਅੱਜ ਆਪਾਂ ਸੀਰੀਜ਼ ਸ਼ੁਰੂ ਕਰ ਰਹੇ ਹਾਂ ਸਪੇਸ ਸਾਇੰਸ ਤੋਂ। ਸਾਰੀ ਇਹਦੇ ਵਿੱਚ ਸਪੇਸ ਹੋ ਗਿਆ, ਯਾਨੀ ਕਿ ਪੁਲਾੜ ਹੋ ਗਿਆ, ਡਿਫੈਂਸ ਹੋ ਗਿਆ ਸਾਡਾ ਸਾਰਾ, ਠੀਕ ਆ, ਉਹ ਵਾਲਾ ਪੋਰਸ਼ਨ, ਨਿਊਕਲੀਅਰ ਪਲਾਂਟਸ ਹੋ ਗਏ, ਜਾਂ ਜਿਹੜੀਆਂ ਐਕਸਰਸਾਈਜ਼ਸ ਵਗੈਰਾ ਹੁੰਦੀਆਂ ਨੇ ਸਾਡੀਆਂ ਆਰਮੀ ਦੀਆਂ ਜਾਂ ਫਿਰ 에ਅਰ ਫੋਰਸ ਦੀਆਂ, ਇਹ ਸਾਰਾ ਪੋਰਸ਼ਨ ਅਸੀਂ ਇਸ ਦੇ ਵਿੱਚ ਕਰਾਂਗੇ ਕਵਰ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ। ਤੇ ਇਹ ਸਾਡਾ ਦੂਜਾ ਪੋਰਸ਼ਨ ਰਹੂਗਾ ਜਿਹੜਾ ਅਸੀਂ YouTube ਤੇ ਤੁਹਾਡੇ ਲਈ ਫ੍ਰੀ ਉਪਰਾਲਾ ਲੈ ਕੇ ਆ ਰਹੇ ਹਾਂ। ਤੀਸਰੀ ਚੀਜ਼ ਜਿਹੜੀ ਮੈਂ ਕਵਰ ਕਰੂੰਗਾ ਯੂਜ਼ਲੀ ਬੱਚਿਆਂ ਨੂੰ ਨਹੀਂ ਮਿਲਦੀ, ਕਿਉਂਕਿ ਉਹ ਚੀਜ਼ ਸੋਰਸ ਜ਼ਿਆਦਾ ਨਹੀਂ ਹੈ ਉਹਦੇ YouTube ਦੇ ਉੱਤੇ ਪੜ੍ਹਨ ਵਾਸਤੇ, ਉਹ ਹੈਗਾ ਲਿਟਰੇਚਰ ਤੇ ਸਿਨੇਮਾ।
ਲਿਟਰੇਚਰ ਤੇ ਸਿਨੇਮਾ ਨੂੰ ਵੀ ਉਸੇ ਲੈਵਲ ਤੇ ਫੈਕਚੁਅਲ ਐਜ਼ ਵੈਲ ਐਜ਼ ਕਨਸੈਪਚੁਅਲ ਚੀਜ਼ਾਂ ਨੂੰ ਕਵਰ ਕਰਦੇ ਹੋਏ ਉਹ ਵੀ ਫੁੱਲ ਫਲੈਜ ਜਿਹੜਾ ਹੈ ਉਹ YouTube ਦੇ ਉੱਤੇ ਮੈਂ ਕਵਰ ਕਰੂੰਗਾ ਤੇ ਤੁਹਾਨੂੰ ਸਾਡੇ ਪਲੇਟਫਾਰਮ ਤੇ ਉਹ ਚੀਜ਼ ਵੀ ਅਵੇਲੇਬਲ ਮਿਲੂਗੀ। ਤੇ ਤੁਸੀਂ ਜਿਹੜੇ ਬਹੁਤ ਸੀਰੀਅਸ ਨੇ ਆਉਣ ਵਾਲੇ ਪੇਪਰਾਂ ਨੂੰ PSSB ਨੂੰ ਲੈ ਕੇ, ਚਾਹੇ ਐਕਸਾਈਜ਼ ਦਾ ਪੇਪਰ ਹੈ ਖਾਸ ਤੌਰ ਤੇ ਮੈਂ ਗੱਲ ਕਰੂੰਗਾ ਕਿਉਂਕਿ ਥੋੜਾ ਜਿਹਾ ਅਪਰ ਲੈਵਲ ਦਾ ਪੇਪਰ ਹੈ, ਚਾਹੇ ਕਲਰਕ ਦਾ ਪੇਪਰ ਹੋਊਗਾ, ਚਾਹੇ ਆ ਅੱਗੇ ਫੋਰੈਸਟ ਗਾਰਡ ਦਾ ਪੇਪਰ ਹੋਣਾ ਹੈ, ਉਹ ਤਾਂ ਬੜਾ ਅਰਲੀ 14 ਨੂੰ ਹੀ ਹੈ ਕਿ 13 ਨੂੰ। ਇਸ ਤੋਂ ਇਲਾਵਾ ਵੀਡੀਓ ਦਾ ਪੇਪਰ ਹੈ। ਇਹ ਸਾਰੇ ਪੇਪਰਾਂ ਨੂੰ ਟਾਰਗੇਟ ਕਰਦੀ ਹੋਊਗੀ ਇਹ ਸੀਰੀਜ਼ ਜਿਹੜੀ ਅਸੀਂ ਚਲਾ ਰਹੇ ਹਾਂ। ਉਹ ਟੈਸਟ ਸੀਰੀਜ਼ ਐਕਸਾਈਜ਼ ਨੂੰ ਦੇਖ ਕੇ ਅਸੀਂ ਬਣਾ ਰਹੇ ਹਾਂ, ਪਰ ਇਟ ਡਜ਼ਨਟ ਮੀਨ, ਉਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਕੋਈ ਕਲੈਰੀਕਲ ਦਾ ਪੇਪਰ ਦੇਣਾ ਚਾਹੁੰਦਾ ਤਾਂ ਉਹਦੇ ਲਈ ਉਹ ਸੀਰੀਜ਼ ਨਹੀਂ ਹੈਗੀ, ਤਾਂ ਉਹ ਵੀ ਉਹਦਾ ਫਾਇਦਾ ਲੈ ਸਕਦਾ ਕਿਉਂਕਿ ਪੈਟਰਨ ਤਾਂ ਸੇਮ ਆ ਨਾ, ਉਹੀ ਸਿਲੇਬਸ ਹੈ, ਉਸੇ ਪੈਟਰਨ ਤੇ ਪੇਪਰ ਆਉਣਾ। ਹਾਂ ਲੈਵਲ ਦਾ ਥੋੜਾ 19 ਫਰਕ ਹੋ ਸਕਦਾ। ਜੇ ਤੁਸੀਂ ਵਧੀਆ ਲੈਵਲ ਦੇ ਪੇਪਰ ਟੈਸਟ ਦੋਗੇ ਤਾਂ ਆਪਦੇ ਆਪ ਛੋਟੇ ਲੈਵਲ ਵਾਲਾ ਦਾ ਕਵਰ ਹੋਏਗਾ ਹੀ ਹੋਏਗਾ ਤੁਹਾਡਾ। ਤਾਂ ਆਹ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਰੀਸੈਂਟ ਟਾਈਮ ਦੇ ਵਿੱਚ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਇੱਕ ਚੀਜ਼ ਰਹਿ ਗਈ ਕਰੰਟ ਅਫੇਅਰ। ਬੱਚਿਆਂ ਦੇ ਹਮੇਸ਼ਾ ਕੁਐਸਚਨ ਹੁੰਦੇ ਆ ਕਰੰਟ ਅਫੇਅਰ ਨੂੰ ਲੈ ਕੇ ਕਿ ਕਰੰਟ ਅਫੇਅਰ ਦਾ ਕੀ ਕਰੀਏ। ਕਰੰਟ ਅਫੇਅਰ ਦੇ ਲਈ ਤੁਸੀਂ ਨਿਸ਼ਚਿੰਤ ਹੋ ਜਾਓ, ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਬੱਚੇ ਉਹ ਵੀ, ਇਹ ਤੋਂ ਇਲਾਵਾ ਜਿਹੜੇ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਬੱਚੇ ਉਹ ਵੀ। ਕਰੰਟ ਅਫੇਅਰ ਆਪਾਂ ਯੂਜ਼ਲੀ 15 ਨਵੰਬਰ ਤੋਂ ਸ਼ੁਰੂ ਕਰ ਦਾਂਗੇ। ਮੰਥਲੀ ਕਰੰਟ ਅਫੇਅਰ ਕਵਰ ਕਰਿਆ ਕਰਾਂਗੇ। ਕਰੰਟ ਅਫੇਅਰ ਜਿਵੇਂ ਇੱਕ ਮੰਥ ਦੀਆਂ 5 ਤੋਂ 6 ਵੀਡੀਓਜ਼ ਆਪਾਂ ਬਣਾਵਾਂਗੇ ਤੇ ਉਹ ਵੀ ਪੋਰਸ਼ਨ ਵਾਈਜ਼ ਕਵਰ ਕਰਾਂਗੇ ਕਿ ਜਿਵੇਂ ਸਾਇੰਸ ਟੈਕਨੋਲੋਜੀ ਦਾ ਹਿੱਸਾ ਹੋ ਗਿਆ, ਇਕਨੋਮੀ ਦਾ ਇੱਕ ਹਿੱਸਾ ਹੋ ਗਿਆ, ਇਹਦਾ ਹੋ ਗਿਆ, ਠੀਕ ਹੈ, ਆਪਣਾ ਨੈਸ਼ਨਲ ਨਿਊਜ਼ ਹੋ ਗਈਆਂ, ਇੰਟਰਨੈਸ਼ਨਲ ਨਿਊਜ਼ ਹੋ ਗਈਆਂ। ਤਾਂ ਉਹ ਫੁੱਲ ਫਲੈਜ ਜੇ ਮੰਨ ਲਓ ਕਿ 6 ਮਹੀਨਿਆਂ ਦੇ ਐਕਸਾਈਜ਼ ਦੇ ਪੇਪਰ ਨੂੰ ਟਾਰਗੇਟ ਕਰ ਰਹੇ ਹਾਂ ਤਾਂ ਅਗਸਤ ਤੋਂ ਸ਼ੁਰੂ ਕਰ ਲਓ। ਅਗਸਤ, ਸਤੰਬਰ, ਅਕਤੂਬਰ, ਨਵੰਬਰ ਤੋਂ ਲੈ ਕੇ ਜਨਵਰੀ ਤੱਕ 6 ਮੰਥ ਦੇ ਕਰੰਟ ਅਫੇਅਰ ਅਸੀਂ ਆਪਣੇ ਪਲੇਟਫਾਰਮ ਦੇ ਉੱਤੇ ਤੁਹਾਨੂੰ ਕਰਵਾਵਾਂਗੇ, ਠੀਕ ਹੈ, ਤਾਂ ਵਿਦ PDF ਤਾਂ ਕਿ ਤੁਸੀਂ ਰਿਵਾਈਜ਼ ਵੀ ਕਰ ਸਕੋ। ਇਹ ਸਾਡੀ ਆਉਣ ਵਾਲੀ ਸਟ੍ਰੈਟਜੀ ਪਲਾਨ ਹੈ ਜਿਹਦੇ ਉੱਤੇ ਅਸੀਂ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਹੇ ਸੀਗੇ ਤੇ ਫਾਈਨਲੀ ਹੁਣ ਇੰਪਲੀਮੈਂਟੇਸ਼ਨ ਅਸੀਂ ਸ਼ੁਰੂ ਕਰਤੀ ਸਪੇਸ ਸਾਇੰਸ ਤੋਂ, ਤੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਦੇਖੋਗੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੇ ਬੱਚੇ ਸੀਰੀਅਸ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਦੱਸੋ, ਕੋਈ ਇਸ ਚੀਜ਼ ਨਾਲ ਜੁੜ ਸਕਦੇ ਨੇ ਤਾਂ ਕਿ ਆਪਣੀ ਤਿਆਰੀ ਨੂੰ ਮੁਕੰਮਲ ਬਣਾ ਸਕਣ। ਕਈ ਬੱਚਿਆਂ ਦਾ ਕੁਐਸਚਨ ਹੁੰਦਾ ਕਿ ਜੀ 2-3 ਮਹੀਨੇ ਨੇ, ਕੀ ਅਸੀਂ ਐਕਸਾਈਜ਼ ਦਾ ਪੇਪਰ ਟਾਰਗੇਟ ਕਰ ਲਾਂਗੇ ਜਾਂ ਕਲੈਰੀਕਲ ਦਾ ਪੇਪਰ ਸਾਡੇ ਤੋਂ ਟਾਰਗੇਟ ਹੋ ਜਾਊਗਾ। ਦੇਖੋ ਯਾਰ, ਮੈਂ ਜੇ ਇਹ ਗੱਲ ਤੁਸੀਂ ਮੈਨੂੰ PPSC ਦੇ ਸੰਦਰਭ 'ਚ ਪੁੱਛਦੇ ਕੰਟੈਕਸਟ 'ਚ, ਮੈਂ ਤੁਹਾਨੂੰ ਸਾਫ਼ ਨਾ ਕਰ ਦਿੰਦਾ ਵੀ ਨਹੀਂ ਯਾਰ PPSC ਦੇ ਪੇਪਰ ਨੂੰ 2-3 ਮਹੀਨਿਆਂ 'ਚ ਤੁਸੀਂ ਹੱਥ ਨਹੀਂ ਪਾ ਸਕਦੇ ਹੈਗੇ, ਪਰ PSSB ਦੇ ਪੇਪਰ ਨੂੰ 2-3 ਮਹੀਨਿਆਂ ਦੀ ਤਿਆਰੀ 'ਚ ਹੱਥ ਪਾਇਆ ਜਾ ਸਕਦਾ ਹੈ। ਮੈਂ ਇਹ ਸਪਸ਼ਟ ਤੁਹਾਨੂੰ ਕਰ ਦੇਣਾ ਚਾਹੁੰਦਾ। ਅਗਰ ਤੁਹਾਨੂੰ ਹਲਕਾ ਫੁਲਕਾ ਵੀ ਮੈਥ ਰੀਜ਼ਨਿੰਗ 'ਚ ਤੁਹਾਡਾ ਹੱਥ ਸੈੱਟ ਹੈਗਾ, ਕਿਉਂਕਿ ਮੈਥ ਰੀਜ਼ਨਿੰਗ ਥੋੜਾ ਵੱਧ ਟਾਈਮ ਖਾ ਜਾਂਦੀ ਹੈ, ਪ੍ਰੈਕਟਿਸ ਵਗੈਰਾ ਦੀ ਲੋੜ ਪੈਂਦੀ ਹੈ, ਜੇ ਉਹਦੇ 'ਚ ਹੱਥ ਤੁਹਾਡਾ ਠੀਕ ਠਾਕ ਹੈਗਾ, ਬਾਕੀ ਸਿਲੇਬਸ ਨੂੰ ਤਾਂ ਤੁਸੀਂ 2-2.5 ਮਹੀਨਿਆਂ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਤਿਆਰ ਕਰਕੇ ਪੇਪਰ ਕੱਢ ਸਕਦੇ ਹੋ। ਕਿਉਂਕਿ PSSB ਦੇ ਵਿੱਚ ਇਹ ਜ਼ਿਆਦਾ ਮੈਟਰ ਨਹੀਂ ਕਰਦਾ ਕਿ ਕੋਈ ਬੱਚਾ ਕਿੰਨੀ ਲੰਬੀ ਤਿਆਰੀ ਕਰ ਰਿਹਾ ਜਾਂ ਕੁਝ ਹੋਰ। ਜਿਹੜੇ ਨੇੜੇ ਤੇੜੇ 3-4 ਮਹੀਨੇ ਜ਼ੋਰ ਲਾ ਕੇ ਪੜ੍ਹ ਜਾਂਦੇ ਨੇ, ਕਰੰਟ ਸਾਰਾ ਕੁਝ, ਉਹੀ ਪੇਪਰ ਕਰੈਕ ਕਰ ਜਾਂਦੇ ਨੇ। ਤਾਂ ਇਸ ਕਰਕੇ ਇਹ ਗੱਲ ਦਿਮਾਗ 'ਚੋਂ ਕੱਢ ਦਿਓ ਕਿ ਸਾਨੂੰ ਹੁਣ ਅੱਜ ਦੀ ਡੇਟ 'ਚ ਤਿਆਰੀ ਕਰਨੀ ਚਾਹੀਦੀ ਹੈ ਜਾਂ ਨਹੀਂ, ਜਾਂ ਸਾਨੂੰ ਲੰਬਾ ਲੈ ਕੇ ਚੱਲਣਾ ਚਾਹੀਦਾ। PSSB ਨੂੰ ਲੈ ਕੇ ਤੁਹਾਡੇ ਲਈ 3 ਮਹੀਨੇ ਬੜੇ ਸਫੀਸ਼ੀਐਂਟ ਹੁੰਦੇ ਨੇ, 2.5-3 ਮਹੀਨੇ ਤੁਸੀਂ ਵਧੀਆ ਤੋਂ ਵਧੀਆ ਪੇਪਰ PSSB ਦਾ ਟਾਰਗੇਟ ਕਰ ਸਕਦੇ ਹੋ। ਤਾਂ ਮੈਂ ਉਮੀਦ ਕਰਦਾ ਕਿ ਜਿੰਨੀਆਂ ਕੁਐਰੀਜ਼ ਮੇਰੇ ਕੋਲੇ ਆਈਆਂ ਸੀ ਮੈਂ ਸਾਰਿਆਂ ਦਾ ਤੁਹਾਡਾ ਗੱਲ ਦਾ ਜਵਾਬ ਦੇਤਾ। ਹੁਣ ਆਪਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਸਪੇਸ ਸਾਇੰਸ, ਜੋ ਆਪਣਾ ਅੱਜ ਦਾ ਟੌਪਿਕ ਹੈ। ਲਓ ਜੀ, ਸਭ ਤੋਂ ਪਹਿਲਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ISRO ਦਾ, ਕਿਉਂਕਿ ਭਾਰਤ ਦੇ ਕੰਟੈਕਸਟ 'ਚ ਗੱਲ ਕਰ ਲਈਏ ਕਿ ਭਾਰਤ ਦੇ ਵਿੱਚ ਸਪੇਸ ਦੇ ਵਿੱਚ ਪੁਲਾੜ ਦੇ ਵਿੱਚ ਕੋਈ ਸੈਟੇਲਾਈਟ ਭੇਜ ਰਹੇ ਹਾਂ ਅਸੀਂ, ਗ੍ਰਹਿ ਭੇਜ ਰਹੇ ਹਾਂ, ਉਪਗ੍ਰਹਿ ਜਾਂ ਕੁਝ ਵੀ ਕਰ ਰਹੇ ਹਾਂ ਅਸੀਂ, ਤਾਂ ਉਹ ਕਿਹੜੀ ਏਜੰਸੀ ਕਰਦੀ ਹੈ? ਤਾਂ ਉਸ ਏਜੰਸੀ ਦਾ ਨਾਮ ਹੈਗਾ ISRO। ISRO ਦੀ ਫੁੱਲ ਫਾਰਮ ਸਾਡੇ ਕੋਲੇ ਹੁੰਦੀ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਲਗਭਗ ਜਿਹੜੇ ਤਕੜੇ ਦੇਸ਼ ਨੇ ਮੈਂ ਕਹੂੰਗਾ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਨੇ ਜਿਹੜੀਆਂ ਸਪੇਸ ਦੇ ਵਿੱਚ ਕੰਮ ਕਰਨ ਵਾਲੀਆਂ ਨੇ। ਜਿਵੇਂ ਇੱਕ ਮੈਂ ਏਜੰਸੀ ਦਾ ਨਾਮ ਲਿਖਾਂ ਨਾਸਾ, ਤੁਹਾਡੇ ਚੋਂ ਬਹੁਤਿਆਂ ਨੇ ਨਾਮ ਸੁਣਿਆ ਹੋਊਗਾ, ਠੀਕ ਹੈ, ਨੈਸ਼ਨਲ ਐਰੋਨੌਟਿਕਸ ਸਪੇਸ ਐਡਮਿਨਿਸਟ੍ਰੇਸ਼ਨ। ਨਾਸਾ USA ਦੀ, ਅਮਰੀਕਾ ਦੀ ਹੈ। ਐਵੇਂ ਇੱਕ ਨਾਮ ਆ ਰੋਸਕੋਸਮੋਸ, ਉਹ ਕਿਹਦੀ ਹੈ? ਉਹ ਸਾਡੇ ਕੋਲੇ ਆ ਜਾਂਦੀ ਹੈ ਜੀ ਰਸ਼ੀਆ ਦੀ, ਠੀਕ ਹੈ। ਫਿਰ ਇਸੇ ਤਰੀਕੇ ਨਾਲ ਜਾਕਸਾ JAXA ਜਾਪਾਨ ਦੀ ਸਪੇਸ ਏਜੰਸੀ ਹੋ ਗਈ। ਤਾਂ ਲਗਭਗ ਸਾਰੇ ਦੇਸ਼ਾਂ ਦੀਆਂ ਆਪਣੀਆਂ ਸਪੇਸ ਏਜੰਸੀਆਂ ਨੇ ਜਿਹੜੇ ਇੱਕ ਵਧੀਆ, ਜਾਨੀ ਕਿ ਤੁਸੀਂ ਕਹ ਲਓ ਤਕੜੇ ਦੇਸ਼ ਨੇਗੇ। ਚਾਈਨਾ ਦੀ ਵੀ ਆਪਣੀ ਹੈਗੀ ਹੈ। ਤਾਂ ਭਾਰਤ ਦੇ ਵਿੱਚ ਜਿਹੜੀ ਸਪੇਸ 'ਚ ਕੰਮ ਕਰਦੀ ਹੈ ਉਹਦਾ ਨਾਮ ਹੈਗਾ ISRO, ਤੇ ISRO ਦੀ ਫੁੱਲ ਫਾਰਮ ਹੈਗੀ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ।
ਅਗਲੀ ਗੱਲ ਜੋ ਫੈਕਚੁਅਲ ਪੁੱਛੀ ਜਾ ਸਕਦੀ ਹੈ ਕਿ ਕਿੱਥੇ ਇਹਦਾ ਹੈੱਡਕੁਆਟਰ ਹੈ, ਭਾਰਤ ਦੇ ਵਿੱਚ ਸਥਿਤ ਕਿੱਥੇ ਹੈ, ਤਾਂ ਉਹ ਹੈਗੀ ਆ ਬੈਂਗਲੌਰ ਦੇ ਵਿੱਚ। ਬੈਂਗਲੌਰ ਕਰਨਾਟਕਾ ਦਾ ਸਿਟੀ ਹੈ, ਤਾਂ ਕਰਨਾਟਕਾ ਦੇ ਵਿੱਚ ਬੈਂਗਲੌਰ ਦੇ ਵਿੱਚ ਇਹ ਸਿਚੁਏਟਡ ਹੈ, ਹੈੱਡਕੁਆਟਰਡ ਹੈ। ਥੋੜੀ ਜਿਹੀ ਦੀ ਹਿਸਟਰੀ ਨੂੰ ਜਾਣਦੇ ਆ ਕਿ ਇਹ ਬਣੀ ਕਿਵੇਂ। 1962 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਉਸ ਟਾਈਮ ਦੇ ਸਾਡੇ ਪ੍ਰਧਾਨ ਮੰਤਰੀ ਸੀ। ਉਹਨਾਂ ਨੇ ਉਸ ਸਮੇਂ ਦੇ ਬਹੁਤ ਹੀ ਉੱਘੇ ਸਾਇੰਟਿਸਟ, ਨਾਮ ਸੀਗਾ ਵਿਕਰਮ ਸਾਰਾਭਾਈ, ਇਹਨਾਂ ਦੇ ਨਾਲ ਰਲ ਕੇ, ਇਹਨਾਂ ਦੀ ਮਦਦ ਦੇ ਨਾਲ ਇੱਕ ਕਮੇਟੀ ਬਣਾਈ ਜਾਂਦੀ ਹੈ। ਕਮੇਟੀ ਦਾ ਨਾਮ ਸੀਗਾ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ। ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ, INCOSPAR, ਫੁੱਲ ਫਾਰਮ ਨੂੰ ਨੋਟ ਕਰ ਲਿਆ ਜਾਵੇ। ਇਹ ਬਣਾਈ ਜਾਂਦੀ ਹੈ ਤੇ ਇਹਨੂੰ ਰੱਖਿਆ ਜਾਂਦਾ ਡਿਪਾਰਟਮੈਂਟ ਆਫ ਐਟੋਮਿਕ ਐਨਰਜੀ। ਉਸ ਸਮੇਂ ਐਟੋਮਿਕ ਐਨਰਜੀ ਦਾ ਇੱਕ ਵਿਭਾਗ ਸੀਗਾ ਸਾਡੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਉਹਦੇ ਅੰਡਰ ਇਸ ਏਜੰਸੀ ਨੂੰ ਰੱਖ ਦਿੱਤਾ ਜਾਂਦਾ ਤੇ ਸਾਰਾਭਾਈ ਕੰਮ ਕਰਨਾ ਸ਼ੁਰੂ ਕਰਦੇ ਨੇ ਪੁਲਾੜ ਦੇ ਖੇਤਰ ਦੇ ਵਿੱਚ। ਕਿਉਂਕਿ ਤੁਹਾਨੂੰ ਆਈਡੀਆ ਹੋਵੇ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ 45 ਤੋਂ ਬਾਅਦ ਫੇਰ ਕੀ ਹੈ, ਇੱਕ ਕੋਲਡ ਵਾਰ ਸ਼ੁਰੂ ਹੁੰਦਾ ਇਹਦਾ ਅਮਰੀਕਾ ਤੇ USSR ਦੇ ਵਿੱਚ। ਉਹ ਕੋਲਡ ਵਾਰ ਕਿਸ ਤਰੀਕੇ ਨਾਲ ਸੀ, ਉਹਦੇ ਵਿੱਚ ਸਪੇਸ ਦਾ ਬਹੁਤ ਵੱਡਾ ਰੋਲ ਸੀ। ਰਸ਼ੀਆ USSR ਕਹਿੰਦਾ ਸੀਗਾ ਪਹਿਲਾਂ ਅਸੀਂ ਚੰਨ ਤੇ ਭੇਜਾਂਗੇ ਆਪਣੀ ਕਿਸੇ ਚੀਜ਼ ਨੂੰ, ਤੇ ਦੂਜੇ ਅਮਰੀਕਾ ਵਾਲੇ ਕਹਿੰਦੇ ਸੀ ਅਸੀਂ ਪਹਿਲਾਂ ਭੇਜਾਂਗੇ। ਤਾਂ ਉਹ ਚੀਜ਼ ਦੇ ਵਿੱਚ ਆਪਸ 'ਚ ਮੁਕਾਬਲਾ ਹੁੰਦਾ, ਤਾਂ ਬਾਕੀ ਦੇਸ਼ਾਂ ਦੇ ਵਿੱਚ ਵੀ ਇਹ ਹੋੜ ਲੱਗਦੀ ਹੈ ਕਿ ਸਪੇਸ ਦੇ ਵਿੱਚ ਅਸੀਂ ਵੀ ਕੁਝ ਕਰ ਸਕਦੇ ਹਾਂ ਪੁਲਾੜ ਦੇ ਵਿੱਚ। ਉਹਨੂੰ ਹੀ ਧਿਆਨ 'ਚ ਰੱਖਦੇ ਹੋਏ INCOSPAR ਡਿਪਾਰਟਮੈਂਟ ਆਫ ਐਟੋਮਿਕ ਐਨਰਜੀ ਦੇ ਅੰਡਰ ਬਣਾਇਆ ਜਾਂਦਾ। ਬਾਅਦ ਦੇ ਵਿੱਚ 7 ਸਾਲਾਂ ਬਾਅਦ 1969 ਤੱਕ ਜਾਂਦੇ 1969 ਇਹੀ INCOSPAR ਜਿਹੜਾ ਹੈਗਾ ISRO ਦਾ ਰੂਪ ਲੈ ਲੈਂਦਾ ਹੈ। ਮਤਲਬ ਇਹਦਾ ਨਾਮ ਬਦਲ ਕੇ ਇਹਨੂੰ ISRO ਕਹਿ ਦਿੱਤਾ ਜਾਂਦਾ ਹੈ। ਤੇ 1972 ਦੇ ਵਿੱਚ ਤਾਂ ਜਾ ਕੇ 3 ਸਾਲਾਂ ਬਾਅਦ ਇਹਦਾ ਇੱਕ ਅਲੱਗ ਵਿਭਾਗ ਹੀ ਕੱਢ ਦਿੱਤਾ ਜਾਂਦਾ। ਪਹਿਲਾਂ ਤਾਂ ਐਟੋਮਿਕ ਐਨਰਜੀ ਅੰਡਰ ਸੀ, ਉਹ ਕਹਿੰਦੇ ਐਟੋਮਿਕ ਐਨਰਜੀ ਹੁਣ ਅਲੱਗ, ਸਪੇਸ ਵਾਲਾ ਕੰਮ ਆਡੀ ਵਿਭਾਗ ਸਾਂਭੇ। ਤੇ ਉਸ ਤੋਂ ਬਾਅਦ ਇਹਨੂੰ ਕਿਹਦੇ ਅੰਡਰ ਕਰ ਦਿੱਤਾ ਜਾਂਦਾ, ਡਿਪਾਰਟਮੈਂਟ ਆਫ ਸਪੇਸ, ਸਪੇਸ ਵਿਭਾਗ, ਤੇ ਇੱਕ ਬਣਾਇਆ ਜਾਂਦਾ ਸਪੇਸ ਦਾ ਕਮਿਸ਼ਨ। ਤੇ ਹੁਣ ਅੱਜ ਦੀ ਤਰੀਕ 'ਚ ਜੇ ਆਪਾਂ ਗੱਲ ਕਰ ਲਈਏ ਤਾਂ ਜਿਹੜਾ ਇਹ ISRO ਹੈਗਾ ਡਿਪਾਰਟਮੈਂਟ ਆਫ ਸਪੇਸ ਦੇ ਅੰਡਰ ਹੀ ਆਉਂਦਾ ਹੈ। ਤਾਂ ਇਹ ਸਾਨੂੰ ਆਈਡੀਆ ਹੋਣਾ ਚਾਹੀਦਾ, ਕਿਉਂਕਿ ਇਹਨੂੰ ਪੁੱਛ ਸਕਦੇ ਨੇ ਕਿ ਕਿਹੜੇ ਵਿਭਾਗ ਦੇ ਅੰਡਰ ਪੈਂਦਾ ਹੈ, ਸਪੇਸ ਵਿਭਾਗ ਦੇ, ਐਟੋਮਿਕ ਐਨਰਜੀ ਵਿਭਾਗ ਦੇ, ਜਾਂ ਡਿਫੈਂਸ ਮੰਤਰਾਲਿਆ ਦੇ ਅੰਦਰ ਪੈਂਦਾ ਹੈ। ਤਾਂ ਇਹ ਜਦ ਸਾਨੂੰ ਚੀਜ਼ਾਂ ਪਤਾ ਹੋਣ, ਇਹੋ ਜਿਹੇ ਕੁਐਸਚਨ ਬਣਦੇ ਨੇ ਪੇਪਰ 'ਚ। ਹੁਣ ISRO ਨੇ ਉਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਫੈਕਚੁਅਲ ਸਵਾਲ ਆਉਂਦਾ ਹੁੰਦਾ ਹੈ, ਉਹ ਆਉਂਦਾ ਆਰਿਆ ਭੱਟ, ਜਿਹੜਾ ਇਹਨਾਂ ਦਾ ਪਹਿਲਾ ਆਪਣੇ ਕੋਲੇ ਸੈਟੇਲਾਈਟ ਸੀ, ਉਹਨੂੰ ਲੈ ਕੇ, ਉਪਗ੍ਰਹਿ ਨੂੰ ਲੈ ਕੇ ਸਵਾਲ ਪੁੱਛਿਆ ਜਾਂਦਾ ਹੁੰਦਾ ਕਿ ਭਾਰਤ ਦਾ ਪਹਿਲਾ ਉਪਗ੍ਰਹਿ ਕਿਹੜਾ ਸੀਗਾ ਜਾਂ ਸੈਟੇਲਾਈਟ ਕਿਹੜਾ ਸੀ। ਨਾਮ ਸੀਗਾ ਆਰਿਆ ਭੱਟ। ਦੂਜਾ ਸਵਾਲ ਜਿਹੜਾ ਬਹੁਤ ਹੀ ਜ਼ਿਆਦਾ ਪੇਪਰ 'ਚ ਰਿਪੀਟ ਹੋਇਆ ਕਿ ਇਸ ਨੂੰ ਕਿੰਨੀ ਤਰੀਕ ਨੂੰ ਲਾਂਚ ਕੀਤਾ ਗਿਆ ਸੀਗਾ, ਜਾਂ ਸਾਲ ਪੁੱਛਿਆ ਜਾਊ ਜਾਂ ਐਗਜ਼ੈਕਟ ਤਰੀਕ ਵੀ ਯਾਦ ਹੋਣੀ ਚਾਹੀਦੀ ਆ। ਐਗਜ਼ੈਕਟ ਤਰੀਕ ਸੀਗੀ ਜੀ 19 ਅਪ੍ਰੈਲ 1975। 19 ਅਪ੍ਰੈਲ 1975 ਨੂੰ ਆਰਿਆ ਭੱਟ, ਦੇਖੋ ਜਿਹੜਾ ਇੱਕ ਸੈਟੇਲਾਈਟ ਹੁੰਦਾ ਨਾ, ਸੈਟੇਲਾਈਟ ਨੂੰ ਉੱਪਰ ਛੱਡ ਕੇ ਆਉਣ ਵਾਸਤੇ ਸਪੇਸ ਦੇ ਵਿੱਚ, ਪੁਲਾੜ ਦੇ ਵਿੱਚ, ਸਾਨੂੰ ਇੱਕ ਰਾਕਟ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਅਸੀਂ ਲਾਂਚਰਸ ਬੇਸਿਕਲੀ ਬੋਲ ਦਿੰਦੇ ਹਾਂ। ਤੇ ਸ਼ੁਰੂ ਦੇ ਵਿੱਚ ਭਾਰਤ ਕੋਲ ਐਡੀ ਤਕੜੀ ਟੈਕਨੋਲੋਜੀ ਤਾਂ ਹੈ ਨਹੀਂ ਸੀ ਕਿ ਅਸੀਂ ਆਪਦੇ ਰਾਕਟ ਸਾਡੇ ਹੋਣ, ਅਸੀਂ ਛੱਡ ਕੇ ਆ ਸਕੀਏ। ਤਾਂ ਅਸੀਂ ਨੇ ਸੋਵੀਅਤ ਯੂਨੀਅਨ, ਜੋ ਕਿ ਅੱਜ ਦੇ ਤਰੀਕ ਦੇ ਵਿੱਚ ਰਸ਼ੀਆ, ਤਾਂ ਰਸ਼ੀਆ ਦੀ ਮਦਦ ਲੈ ਕੇ ਜਿਹੜਾ ਪਹਿਲਾ ਆਪਦਾ ਅਸੀਂ ਨੇ ਆਰਿਆ ਭੱਟ ਸੀ, ਇਹ ਲਾਂਚ ਕਰਿਆ ਸੀ। ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫੁੱਲੀ ਇੰਡੀਜੀਨੀਅਸ ਨਹੀਂ ਸੀ। ਇੰਡੀਜੀਨੀਅਸ ਦਾ ਮਤਲਬ ਹੁੰਦਾ ਕਿ ਸਾਰਾ ਕੁਝ ਆਪਣੇ ਦੇਸ਼ 'ਚ ਹੀ ਕੀਤਾ ਹੋਵੇ, ਅਸੀਂ ਕਿਸੇ ਦੀ ਬਾਹਰਲੀ ਮਦਦ ਲਈ ਹੋਈ ਨਾ ਹੋਵੇ। ਪਰ ਇੱਥੇ ਅਸੀਂ ਸਿਰਫ ਰਾਕਟ ਬਣਾਇਆ ਜ਼ਰੂਰ ਆਰਿਆ ਭੱਟ, ਪਰ ਉਹਨੂੰ ਉੱਪਰ ਛੱਡ ਕੇ ਆਉਣ ਦੇ ਵਿੱਚ ਰਾਕਟ ਦੀ ਮਦਦ ਕਿਹਦੀ ਲਈ ਸੀ ਅਸੀਂ ਨੇ, ਇਸ ਸੈਟੇਲਾਈਟ ਨੂੰ, ਸੋਵੀਅਤ ਯੂਨੀਅਨ ਦੀ। ਤਰੀਕ ਯਾਦ ਹੋਵੇ। ਹੁਣ ਅਗਲਾ ਸਵਾਲ ਪੇਪਰ ਜਿਹੜਾ ਪੁੱਛਦਾ ਹੈ, ਫਿਰ ਤੁਸੀਂ ਕਹੋਗੇ ਕਿ ਇਹ ਤਾਂ ਪੁੱਛ ਸਕਦਾ ਵੀ ਜੇ ਇੰਡੀਜੀਨੀਅਸ ਨਹੀਂ ਸੀਗਾ, ਭਾਰਤ ਨੇ ਆਪ ਨਹੀਂ ਸਾਰਾ ਕੁਝ ਇੱਥੇ ਕਰਿਆ ਸੀ, ਕੋਈ ਨਾ ਕੋਈ ਇਹੋ ਜਿਹਾ ਵੀ ਭਾਰਤ ਨੇ ਬਣਾਇਆ ਹੋਊ ਜਿਹਦੇ ਵਿੱਚ ਇੰਡੀਜੀਨੀਅਸ ਸਾਰਾ ਕੁਝ ਹੀ ਭਾਰਤ ਨੇ ਆਪਦਾ ਲਾਇਆ ਹੋਵੇ, ਤੇ ਛੱਡ ਕੇ ਆਉਣ 'ਚ ਵੀ ਭਾਰਤ ਨੇ ਆਪਣਾ ਹੀ ਰਾਕਟ ਵਰਤਿਆ ਹੋਵੇ, ਲਾਂਚਰ ਵਰਤਿਆ ਹੋਵੇ, ਤਾਂ ਉਹਦਾ ਨਾਮ ਸੀਗਾ ਰੋਹਿਣੀ। ਤਾਂ ਦੋਹੇ ਕੁਐਸਚਨਾਂ ਨੂੰ ਧਿਆਨ 'ਚ ਦੇ ਲਿਓ। ਪਹਿਲਾ ਸੈਟੇਲਾਈਟ ਪੁੱਛਿਆ ਜਾਂਦਾ ਆਰਿਆ ਭੱਟ, ਫੁੱਲੀ ਇੰਡੀਜੀਨੀਅਸ ਪੁੱਛਿਆ ਜਾਂਦਾ ਜਿਹਨੂੰ ਉੱਪਰ ਪਲੇਸ ਕਰਕੇ ਆਉਣ ਦਾ ਸਪੇਸ ਦੇ ਵਿੱਚ ਕੰਮ ਵੀ ਭਾਰਤ ਨੇ ਖੁਦ ਹੀ ਕੀਤਾ ਸੀ, ਉਹ ਸੀਗਾ ਰੋਹਿਣੀ। ਤੇ ਇਹਦੇ ਵਾਸਤੇ ਜਿਹੜਾ ਲਾਂਚ ਵਹੀਕਲ ਤੁਸੀਂ ਕਹਿ ਲਓ ਕਿ ਜਿਹਦੇ ਵਿੱਚ ਰੱਖ ਕੇ ਉਹਨੂੰ ਛੱਡ ਕੇ ਆਏ ਸੀ, ਵਰਤਿਆ ਸੀ, ਉਹ ਸੀਗਾ ਸੈਟੇਲਾਈਟ ਲਾਂਚ ਵਹੀਕਲ 3, SLV-3। ਇਹ ਵੀ ਗੱਲ ਯਾਦ ਰਵੇ। ਲਾਂਚ ਵਹੀਕਲਸ ਅੱਗੇ ਆਉਣਗੇ, ਸਾਰੇ ਪੜਾਉਂਗਾ ਮੈਂ, ਭਾਰਤ ਦੇ ਕਿਹੜੇ ਨੇ ਤੇ ਇਹ ਤੋਂ ਇਲਾਵਾ ਅੰਤਰਰਾਸ਼ਟਰੀ ਇੰਪੋਰਟੈਂਟ ਕਿਹੜੇ ਨੇ। ਪਰ ਇੱਥੇ ਜਿੰਨੀ ਕੁ ਗੱਲ ਆਈ ਆਪਾਂ ਉੱਥੇ ਹੀ ਸੀਮਿਤ ਰਵਾਂਗੇ, ਜ਼ਿਆਦਾ ਫੈਲਾਵਾਂਗੇ ਨਹੀਂ ਇਸ ਗੱਲ ਨੂੰ। ਠੀਕ ਹੈ ਜੀ। ਤਾਂ ਆਹ ਕੁਛ ਇੱਥੇ ਫੈਕਟ ਨੇ ਜਿਹੜੇ ਸਾਨੂੰ ਕਲੀਅਰ, ਮੈਂ ਉਮੀਦ ਕਰਦਾ ਕਿ ਤੁਹਾਨੂੰ ਕਲੀਅਰ ਹੋ ਗਏ ਹੋਣਗੇ।
और हल्की जी इन्फॉर्मेशन है क्योंकि अगे असीं डिटेल च इस इन्फॉर्मेशन नूं पढ़ांगे, बस इत्थे ओवरव्यू लै लो। अगे जांदे जांदे इसरो ने बड़ियां डेवलपमेंट्स कीतियां। सब तो पहला तो SLV बनाए सैटेलाइट लॉन्च व्हीकल, वो स्मॉल जिहड़े सैटेलाइट लॉन्च व्हीकल सीगे। उस तो बाद फिर इन्होंने PSLV बनाया। ये सारे हन की ये वो रॉकेट ने जिन्हां दे विच सैटेलाइट नूं रख के उपर छड्ड के आया जांदा है। तो फिर PSLV बनाया भारत ने। PSLV बड़ा ही जानी कि साडा महत्वपूर्ण एक लॉन्च व्हीकल सी, क्योंकि तुसीं बाद च आके देखोगे चंद्रयान 1 जिहड़ा असीं चंद्रमा ते भेजिया सीगा, उस तो इलावा असीं ने मार्स ऑर्बिटर मिशन जिहड़ा मॉम भेजिया सी, इह सारिਆਂ ਦੇ ਵਿੱਚ ही PSLV ਦਾ ਅਸੀਂ ਨੇ इस्तेमाल ਕੀਤਾ ਸੀਗਾ। PSLV ਇੰਨਾ ਕਿ ਸਾਡਾ कारगर लॉन्च व्हीकल सी। फिर GSLV बनाया भारत ने। की ਹੁੰਦੇ ਨੇ PSLV GSLV, ਹਲੇ मैं ਤੁਹਾਨੂੰ कन्फ्यूज करना ही नहीं चाहता, क्योंकि जिथे ये आउणगे उत्थे मैं इन्हां नूं डिटेल च ही पढ़ाऊंगा कि ये हन की। ठीक है जी, तो ये मतलब इन्हां दीयां कुछ उपलब्धियां सी। आह चंद्रयान 1 चंद्रयान 2 मार्स ऑर्बिटर मिशन, ये सारिया चीज़ां आपां डिटेल च अगे पढ़नियां ने। लो जी, उदों बाद GSLV 3, इस गल नूं भी असीं अगे जाके करना है कि जिहड़ा GSLV Mark 3 है, ये हुण तक दा भारत दा सब तो बेस्ट लॉन्च व्हीकल है, जिहड़ा भारत ने हुण तक सब तो वधिया बनाया। वध तो वध भार दूर तक जिहड़ा लैके जा सकदा है, तो वो GSLV Mark 3 है। आ गल अपनी हो ही गई कि जे वर्तमान च आपां गल कर लीए तो जिहड़ा ये इसरो हैगी है साडी एजेंसी, ये डिपार्टमेंट ऑफ स्पेस के अंडर आउंदी है। तो डिपार्टमेंट ऑफ स्पेस जिहड़ा विभाग है, ये किसी मंत्रालय के अंडर नहीं हैगा। इहदी सीधी रिपोर्टिंग किहनूं है? सीधी रिपोर्टिंग इहदी प्रधानमंत्री नूं आ। ये बड़ा इंपॉर्टेंट पॉइंट है, मार्क कर लिओ। कई बार पुछ लैंदे ने कि डिपार्टमेंट ऑफ स्पेस किहड़े मंत्रालय के अंडर पैंदा? डिफेंस के अंडर पैंदा है, क्योंकि डिफेंस च भी तो कई तरह के विभाग हैगे ने। तो बंदा कई बार गलती कर दिंदा है कि डिफेंस ते ला दिंदे असीं कि डिपार्टमेंट विभाग जिहड़ा डिफेंस वाला हैगा साडा उहदे अंडर पैंदा, पर इहो जिहा कुछ नहीं, सीधा प्राइम मिनिस्टर ऑफिस नूं रिपोर्ट करदा है। हुण जिमें जिमें आपां देखते हैं कि जमाना कमर्शलाइज भी हो जाता है। कमर्शलाइज मतलब हुण जिहड़ी ये एजेंसी है, हुण भारत की एजेंसी इन्नी कि तरक्की इसरो कर चुकी है कि असीं बिना किसी देश की हैल्प तो आप भी आपदा कोई सैटेलाइट किते भी छड्ड के आ सकते हैं, कुछ भी असीं बना सकते हैं। इस चीज़ दे विच काफ़ी एडवांस ईवन असीं टैक्नोलॉजी अचीव कर ली है साडे भारत दे विच। हुण कई देश इहो ਜਿਹੇ भी ने जिहड़े गरीब देश ने, जिन्होंने भी सैटेलाइट चाहुंदे ने भी साडे भी सैटेलाइट होण, मिलटरी सैटेलाइट होण, कम्यूनीकेशन संचार के सैटेलाइट होण, जिवें नेपाल बांग्लादेश, इन्हां कोल तां इन्नियां तगड़ियां एजेंसियां नहीं हैगियां। ये फिर दूजे देशों की मदद लैंदियां ने, जिवें भारत की मदद लै ली कि साडे लई सैटेलाइट बना दो तो उहनूं लॉन्च कर दो उत्थे, ठीक है, जां सानूं इस फील्ड दे विच आउण 'च साडी मदद कीती जावे। तां ये कमर्शलाइज हो गया। हुण भारत ये तां है नहीं कि फ्री 'च ही मदद करूगा। हुण जे सैटेलाइट बनाउण ते साडे भी पैसे खर्च होणगे, छड्ड के आउण 'च असीं भी फ्यूल ऑफ दी हर चीज़ लावांगे, तो वह पैसा कौन पे करेगा? तो पैसा तो वही देश करेगा ना जिहदी असीं मदद कर रहे हैं। इहनूं बोलदा कमर्शलाइजेशन। तो इस परपज़ तो इहदी कमर्शलाइजेशन होण करके इसरो तो रिसर्च का काम करती है सारा, तो सानू कमर्शलाइजेशन कुछ विंग अड्ड कढ़ने पै गए। भारत दे विच 2-3 विंग ने जिहड़े कमर्शलाइजेशन लैवल ते काम करते हैं। सब तो इंपॉर्टेंट हैगा आंतरिक्स कॉरपोरेशन लिमिटेड। एक तरह नाल ये लिमिटेड कंपनियां ने, मतलब जिवें अपनियां जिहड़ियां स्टॉक एक्सचेंजां हैगियां ने, जिवें BSE NSE उत्ते रजिस्टर्ड ने, लिमिटेड कंपनियां ने। सीधा मतलब वपारक काम है इन्हां दा, होर कुछ नहीं कि पैसे कमा के देने ने। इस दे थ्रू इसरो ने जिन्ने देश नूं कमा के दे सकती है। अंतरिक्ष कमर्शियल आम है, ध्यान च रखियो। अंतरिक्ष बेसिकली एक ये है, तो दूजा जिहड़ा खास नाम है जिहड़ा तुसीं ने नोट करना वो ये है NSIL, न्यू स्पेस इंडिया लिमिटेड। दोनों ही फुल फॉर्म, वो वधी चलो फुल फॉर्म है ही नहीं अंतरिक्ष की, यदी फुल फॉर्म जरूर याद होवे क्योंकि ये रीसेंट 1-2 साल पहला भारत ने बनाई है। देश दे विच डील करने वास्ते, देश दे विच जे डील करना है, क्योंकि बहुत सारियां साडियां जिवें एयरटेल, वोडाफोन, इहो जिहियां कंपनियां देश 'च साडे हैगियां ने जिहड़ियां चाहुंदियां ने कि साडे सैटेलाइट लॉन्च करे जाण, इहो जिहियां चीज़ां होण ताकि इंटरनेट दीयां सेवावां जां होर संचार दीयां सेवावां ओह दे पाउण। तो उहदे वास्ते उन्हां नूं सर्विसिज देण वास्ते अंतरिक्ष नूं कहता कि तुसीं ये चीज़ नूं देखना है, ठीक है। हुण जिहड़े फॉरनर आउंदे ने, मतलब जिवें हुण नेपाल ने कहता, बांग्लादेश ने कहता, जां इजराइल वर्गे कई बड़े तकड़े देशां नाल भी साडे कई समझौते हुंदे ने। ऐ नहीं हैगा कि छोटे मोटे देशां नाल ने, वो साडे रॉकेट लॉन्च जां सैटेलाइट लॉन्च करते रहंदे ने, असीं उन्हां दे लॉन्च करते रहंदे आ। उन्हां नाल फॉरन कंट्रीज़ नाल वपार दे वास्ते एक वक्खरी बनाती, उहदा नाम की है न्यू स्पेस इंडिया लिमिटेड। ਇਹਦਾ ਕੰਮ ਸਿੱਧਮ ਸਿੱਧਾ ਹੈਗਾ ਕਿ ਤੁਸੀਂ ਨੇ ਭਾਈ ਫੋਰਨ ਵਾਲੇ ਪਾਸੇ ਨੂੰ ਦੇਖਣਾ ਹੈ ਕਿ ਫੋਰਨ ਦੇ ਵਿੱਚ ਜਿੰਨੇ ਵੀ ਫੋਰਨ ਕਸਟਮਰ ਸਾਡੇ ਵਪਾਰ ਦੇ ਸੌਦੇਬਾਜ਼ੀ ਲਈ ਆਉਂਦੇ ਨੇ ਉਹਨਾਂ ਨੂੰ ਤੁਸੀਂ ਨੇ ਡੀਲ ਕਰਨਾ ਹੈ, ਠੀਕ ਹੈ।
एक होर है जिहदा नाम तुहानूं पता होवे इन स्पेस, फुल फॉर्म इंपॉर्टेंट है, मोस्ट इंपॉर्टेंट है, इंडियन नैशनल स्पेस प्रमोशन एंड ऑथराइजेशन सेंटर। इंडियन नैशनल स्पेस प्रमोशन एंड ऑथराइजेशन सेंटर, ये भी सीधी जिहड़ा साडा डिपार्टमेंट ऑफ स्पेस है, यानी कि इहदे अंडर ही आउंदी है, विभाग है जिहड़ा स्पेस दा। ਇਹਦਾ ਕੰਮ बेसिकली की है, ਇਹਦਾ ਕੰਮ हैगा प्राइवेट प्लेयरां ਨੂੰ ਮੂਹਰੇ ਲੈ ਕੇ ਆਉਣਾ। मतलब ਹੁਣ ਜਿਵੇਂ मैं एक उदाहरण के तौर पर ਤੁਹਾਨੂੰ ਦੱਸਦਾ, नासा अमेरिका की एक बहुत बड़ी एजेंसी है जिहड़ी स्पेस दे विच प्लाट च काम करती है, पर एक होर तुहानूं नाम दसदा मैं जिहदा नाम हैगा स्पेस एक्स। तुहाडे जो बहुतिਆਂ ने तैयारी करने वाले ने नाम इहदा सुनिया ही होऊ, एलॉन मस्क का नाम, ठीक है। एलॉन मस्क का मालिक है, टेस्ला का भी मालिक है, हुण तो ट्विटर च भी काफ़ी हिस्सा खरीद चुक्या वो बंदा, बड़ा अमीर बंदा, ताकतवर बंदा। ये एजेंसी एक प्राइवेट एजेंसी है स्पेस दे विच काम करन वाली, ते तुसीं मन्नोगे जे मैं गिणती करनी होवे कि टॉप वाली एजेंसियां दी, चलो नासा तो एक नंबर ते है ही है, बहुत पुरानी है, बहुत तकड़ी एजेंसी है। दूसरा रैंक जे किसी नूं देना होवे मैं स्पेस एक्स नूं ही दूंगा, क्योंकि ये इन्नी तरक्की कर चुकी है कि प्राइवेट, कोई एक प्राइवेट हो है। तो इस चीज़ नूं देखते हुए भारत कहता कि साडे भी जिहड़े प्राइवेट बड़े बड़े अडानी अबानी या होर इहो जिहे हैगे ने, ये क्यों नहीं इस चीज़ दे विच हत्थ जमाउंदे हैगे, ये क्यों नहीं इस फील्ड च आउंदे। इन्हां नूं प्राइवेट पार्टनरशिप या प्राइवेट ते पब्लिक पार्टनरशिप सरकार नाल रल के कोई प्रोजैक्ट लॉन्च करन, ये सारियां चीज़ां नूं बढ़ावा देण वास्ते बनाई गई है इन स्पेस, इंडियन नैशनल स्पेस प्रमोशन एंड ऑथराइजेशन। मेनली की है कि प्राइवेट सैक्टर नूं पार्टिसिपेशन उन्हां दी होवे, उन्हां नूं इंफ्रास्ट्रक्चर की लोड़ है, इंफ्रास्ट्रक्चर देणगे। मतलब हुण जिवें दो अपने बेसिकली लॉन्च स्टेशनस ने, एक थुंबा दे विच है ते एक हैगा साडे कोले जिहड़ा विक्रम साराभाई स्पेस स्टेशन है त्रिवेंद्रपुरम वो वाली साइड के उत्ते, ठीक है, नहीं सॉरी श्री हरिकोटा दे विच, ठीक है, आंध्रा प्रदेश दे विच पुलीकत लेक ते है जिहड़ा अपने कोल। तां इन्हां नूं हुण ये स्पेस स्टेशन बनाउणे दा एडी छेती तां नहीं बना सकदी कोई प्राइवेट कंपनी, जे अपना काम चलाउणा चाहुंदी है तो उन्हां नूं इहदी लोड़ तां पऊगी, सीधा इन स्पेस कोले पहुंचण, उन्हां नूं सारियां सर्विसिज प्रोवाइड करनगे, ठीक है, पैसे तां देणे पैणगे पर सर्विसिज मिलणगीਆਂ। तां ये हो गया सारा वपारक लैण देण, कि वपारक लैण देण किहड़ियां एजेंसियां ने जिहड़ियां करदियां ने जदों इसरो डील करदी है व्यापार दे लैण देण नूं लैके। उम्मीद करदा कि गल क्लीयर हो गई होਊ। हुण आपां इहदे चेयरमैनस ते थोड़ी निगाह मारदे हां, क्योंकि देखो जे P++ ਦੀ ਤਿਆਰੀ कर रहे हैं तो फैक्चुअल तैयारी तो भज्जिया नहीं जा सकता, क्योंकि फैक्ट भी बहुत सारे P++ भी पुछदी है, तो सानू फैक्ट भी याद करने पैणगे। जे क्वेश्चन आम ही बड़ा कॉमन क्वेश्चन है, इसरो या DRDO के चेयरमैन आम ही छोटे मोटे पेपर च पुछ ले जाते हैं। करंट जे मैं मौके के जिहड़े मौजूदा साडे कोले चेयरमैन ने, उन्हां दा नाम हैगा श्री S सोमनाथ। आ फोटो है, तुसीं देख सकते हो, श्री S सोमनाथ इस टाइम इसरो के चेयरमैन ने, ते ओह जिहड़ा स्पेस विभाग आ उहदे सैकटरी भी हैगे ने इस टाइम ते, दोनों पोस्टां इन्हां कोले ने, तां दोहां पक्षां तो याद रख लिओ गल। सब तो पहले चेयरमैन कौन सीगे? विक्रम साराभाई, जिन्हां दा नाम पिछे आपां लिया सीगा, ठीक है, नेहरू जी नाल रल के जिन्हां ने यह प्रोजैक्ट शुरू करिया सीगा पूरा ते काम करना, 1963 तो लैके 71 तक रहे ने, ठीक है। मतलब नेहरू काल जां उस तो बाद जिहड़े प्रधानमंत्री आए ने 71 तक दे, उन्हां दे टाइम दे उत्ते विक्रम साराभाई सीगे। उस तो बाद 72 च 1 साल वास्ते GK मैनन जी बनते हैं, अनइंपोर्टेंट ने, ज़्यादा इंपोर्टेंट नहीं। मोस्ट इंपोर्टेंट परसन उस तो बाद जे मैं नाम लवां साराभाई तो बाद, वो है प्रोफैसर सतीश धवन। सतीश धवन जी ने भी बहुत अच्छा काम किया है स्पेस दे विच, तां सानू आइडिया रहे 72 तो लैके 84 तक। मतलब तुसीं मान लो इंदिरा गांधी का जिहड़ा सारा काल सीगा, लगभग वो सारा काल जा हंडाया किहने है? सतीश धवन ने। क्योंकि देखो यार फैक्चुअल अजकल इहो जिहे क्वेश्चन आईलैट बनाउंदी है, तुहानूं एवें पुछया जा सकदा कि जिहड़े टाइम ते इंदिरा गांधी प्रधानमंत्री सी जां जिहड़े टाइम ते एमरजेंसी लगी सी 1977 के अराउंड, उस टाइम के उत्ते इसरो के चेयरमैन कौन सी? तुसी एकदम हो जाओगे भी आ की क्वेश्चन पूछ लिया। तो इस करके थोड़ा नाल दा याद करना सौखा हो जाऊगा, इंटरलिंक करके एवें दी चीज़ों नाल इंटरलिंक करके याद कराया करो चीज़ नूं। तो सानू पता हो कि प्रोफैसर धवन सीगे। फिर जो राजीव गांधी आ जाते हैं तो उन्होंने टाइमां दे उत्ते 84 तो लैके 94 तक प्रोफैसर UR राव रहे। मतलब इन्होंने राजीव गांधी नूं भी देखिया, उस तो बाद जे वड्डे मतलब जिहड़े वध टाइम लिए रहे जिवें नरसिम्हा राव जी हो गए, वो सारे टाइम दे विच राव साहब सीगे। इन्हां दा नाम तुसीं सुनिया होगा, बड़े मशहूर परसनैलिटी ने, डॉक्टर K कस्तूरी रंगन। ये 94 तो लैके 2003 तक चेयरमैन रहे ने।
ਨਾਮ ਤਾਂ ਮਸ਼ਹੂਰ ਹੈ ਵੈਸਟਰਨ ਘਾਟ ਨੂੰ ਲੈ ਕੇ, ਜਿਹੜੀ ਇੱਕ ਬਹੁਤ ਹੀ ਅੱਛੀ ਤੇ ਬਹੁਤ ਹੀ ਜ਼ਬਰਦਸਤ ਰਿਪੋਰਟ ਇਹਨਾਂ ਨੇ ਦਿੱਤੀ ਸੀਗੀ ਕਿ ਉਹਨੂੰ ਕਿਵੇਂ ਪ੍ਰੋਟੈਕਟ ਕਰਿਆ ਜਾ ਸਕਦਾ ਜਾਂ ਕਿੰਨਾ ਹਿੱਸਾ ਉਹਦਾ ਪ੍ਰੋਟੈਕਸ਼ਨ ਅੰਡਰ ਆਉਂਦਾ ਹੈ, ਉਹ ਇਹਨਾਂ ਦੀ ਬਹੁਤ ਮਸ਼ਹੂਰ ਰਿਪੋਰਟ ਹੈ। ਇਸ ਕਰਕੇ ਕਸਤੂਰੀ ਰੰਗਨ ਸਾਹਿਬ ਦਾ ਨਾਮ ਤਾਂ ਤੁਸੀਂ ਬਹੁਤ ਥਾਵਾਂ ਤੇ এনवायरमेंट ਵਗੈਰਾ 'ਚ ਵੀ ਪੜ੍ਹਦੇ ਹੋ। ਫਿਰ ਮਾਧਵਨ ਨਾਇਰ ਸੀਗੇ, ਇਹ 2003 ਤੋਂ 2009 ਤੱਕ ਰਹੇ। ਰਾਧਾ ਕ੍ਰਿਸ਼ਨਨ ਇੰਨੇ ਖਾਸ ਨਹੀਂ ਸੀ, ਮਤਲਬ ਬਹੁਤਾ ਖਾਸ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਫੇਮਸ ਉਸ ਚੀਜ਼ 'ਚ ਨਹੀਂ ਜੁੜੇ। ਕਿਰਨ ਕੁਮਾਰ ਨਾਮ ਰਿਹਾ 18 ਤੱਕ। ਫਿਰ ਕੇ ਸਿਵਨ ਜਿਹੜੇ ਪਿਛਲੇ ਸੀ, ਇਸ ਤੋਂ ਪਹਿਲਾਂ ਸੀ ਸਾਡੇ ਕੋਲ 18 ਤੋਂ 22 ਤੱਕ, ਤੇ 22 'ਚ ਹੁਣੀ ਬਣਾਏ ਗਏ ਨੇ ਡਾਕਟਰ ਐਸ ਸੋਮਨਾਥ। ਪਹਿਲੇ ਦੂਜੇ ਐਟਲੀਸਟ ਤੇ ਲਾਸਟ ਵਾਲੇ ਦੋ ਯਾਨੀ ਕਿ ਐਸ ਸੋਮਨਾਥ ਤੇ ਡਾਕਟਰ ਕੇ ਸਿਵਾਨ, ਇਹਨਾਂ ਦੇ ਨਾਮ ਤਾਂ ਜ਼ਰੂਰ ਯਾਦ ਰਹਿਣ ਕਿਉਂਕਿ ਇਹ ਕਿਸੇ ਨਾ ਕਿਸੇ ਕੰਟੈਕਸਟ 'ਚ ਘੁਮਾ ਕੇ ਸਵਾਲ ਬਣ ਜਾਂਦਾ ਇਹਨਾਂ ਚੀਜ਼ਾਂ ਨੂੰ ਲੈ ਕੇ। ਇਹ ਸੀ ਚੇਅਰਮੈਨਸ ਦੀ ਸਾਰੀ ਹਿਸਟਰੀ। ਹੁਣ ਮੈਂ ਗੱਲ ਕਰਾਂ ਸਿੱਧਾ, ਹਲੇ ਥੋੜਾ ਆਪਾਂ ਫੈਕਚੁਅਲ ਚੀਜ਼ਾਂ ਤੇ ਕੰਮ ਕਰ ਰਹੇ ਹਾਂ ਆਪਣੀਆਂ ਤੇ, ਤਾਂ ਫੈਕਚੁਅਲ ਚੀਜ਼ਾਂ ਤੇ ਕੰਮ ਕਰਦੇ ਹੋਏ ਕਿਹੜੀਆਂ ਵੇਰੀਅਸ ਏਜੰਸੀ ਜਾਂ ਇੰਸਟੀਟਿਊਟ ਨੇ ਜਿਹੜੇ ਵਿਭਾਗ ਜਿਹੜਾ ਹੈਗਾ ਸਪੇਸ ਦਾ ਪੁਲਾੜ ਦਾ ਉਹਦੇ ਅੰਡਰ ਪੈਂਦੇ ਨੇ। ਫੈਕਟ ਹੈ, ਯਾਦ ਕਰਨੇ ਪੈਣੇ ਆ। ਇਸਰੋ ਕਿੱਥੇ ਹੈ? ਬੈਂਗਲੁਰੂ 'ਚ, ਯਾਨੀ ਕਿ ਕਰਨਾਟਕਾ ਬੈਂਗਲੁਰੂ ਦੇ ਵਿੱਚ। ਵਿਕਰਮ ਸਾਰਾਭਾਈ ਸਪੇਸ ਸੈਂਟਰ, ਮੋਸਟ ਇੰਪੋਰਟੈਂਟ। ਵਿਕਰਮ ਸਾਰਾਭਾਈ ਸਪੇਸ ਸੈਂਟਰ ਕਿੱਥੇ ਹੈ? ਤ੍ਰਿਵੇਂਦਰਪੁਰਮ ਦੇ ਵਿੱਚ। ਤ੍ਰਿਵੇਂਦਰਪੁਰਮ ਕਿੱਥੋਂ ਦੀ ਰਾਜਧਾਨੀ ਹੈ? ਕੇਰਲਾ ਦੀ, ਤਾਂ ਕੇਰਲਾ ਦੇ ਵਿੱਚ ਪਾਇਆ ਜਾਂਦਾ। ਲਿਕੁਇਡ ਪ੍ਰੋਪਲਸ਼ਨ ਸਿਸਟਮ ਸੈਂਟਰ ਹੈ ਜਿਹੜਾ। ਪ੍ਰੋਪਲਸ਼ਨ ਕੀ ਹੁੰਦਾ ਹੈ? ਮਤਲਬ ਫਿਊਲ ਜਿਹੜਾ ਤੁਸੀਂ ਦਿੰਦੇ ਹੋ ਰੌਕਟ ਨੂੰ ਉੱਪਰ ਉੱਡਣ ਵਾਸਤੇ, ਉਹਨੂੰ ਲੈ ਕੇ ਉਹ ਚੀਜ਼ਾਂ ਤੇ ਕੰਮ ਕਰਦਾ ਇਹ ਸੈਂਟਰ। ਇਹ ਵੀ ਤ੍ਰਿਵੇਂਦਰਪੁਰਮ 'ਚ ਆ, ਬਹੁਤਾ ਇੰਪੋਰਟੈਂਟ ਨਹੀਂ ਪਰ ਇੱਕ ਵਾਰ ਨਿਗਾਹ ਜ਼ਰੂਰ ਮਾਰੀ ਜਾਵੇ। ਸਤੀਸ਼ ਧਵਨ ਸਪੇਸ ਸੈਂਟਰ, ਇਹ ਵੀ ਬਹੁਤ ਇੰਪੋਰਟੈਂਟ ਆ। ਜਿਹੜੇ ਤੇ ਮੈਂ ਮਾਰਕ ਕਰੂੰਗਾ ਉਹ ਤਾਂ ਯਾਦ ਕਰਨੇ ਹੀ ਕਰਨੇ ਨੇ। ਸਤੀਸ਼ ਧਵਨ ਸਪੇਸ ਸੈਂਟਰ ਸਾਡਾ ਸ੍ਰੀ ਹਰੀਕੋਟਾ ਦੇ ਵਿੱਚ ਹੈ। ਇਹ ਕਿੱਥੇ ਪੈਂਦਾ ਹੈ? ਆਂਧਰਾ ਪ੍ਰਦੇਸ਼ 'ਚ ਪੈਂਦਾ ਹੈ। ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਕਿਹੜੀ ਲੇਕ ਦੇ ਉੱਤੇ ਸਥਿਤ ਹੈ? ਇਹ ਵੀ ਕੁਐਸਚਨ ਬਹੁਤ ਵਾਰ ਰਿਪੀਟ ਹੁੰਦਾ ਹੈ। ਪੁਲੀਕਤ ਲੇਕ ਦੇ ਉੱਤੇ ਸਥਿਤ ਹੈ, ਤਾਂ ਇਸ ਚੀਜ਼ ਨੂੰ ਵੀ ਮਾਰਕ ਕਰ ਲਿਓ, ਇੰਪੋਰਟੈਂਟ ਹੈ ਇਹ, ਠੀਕ ਹੈ, ਪੁਲੀਕਤ ਲੇਕ। ਲਓ ਜੀ ਅੱਗੇ ਆ ਜਾਓ। ਇਸਰੋ ਦਾ ਇੱਕ ਪ੍ਰੋਪਲਸ਼ਨ ਕੰਪਲੈਕਸ ਵੀ ਆ ਮਹਿੰਦਰਗਿਰੀ ਦੇ ਵਿੱਚ, ਬਸ ਇੱਕ ਵਾਰ ਨਿਗਾਹ ਥੱਲੋਂ ਕੱਢ ਲਿਓ। ਅੱਗੇ ਇੰਪੋਰਟੈਂਟ ਹੈ ਸੈਟੇਲਾਈਟ ਸੈਂਟਰ ਕਿੱਥੇ ਹੈ? ਇਹ ਵੀ ਬੈਂਗਲੁਰੂ ਦੇ ਵਿੱਚ ਹੈ। ਇਹ ਵੀ ਇੰਪੋਰਟੈਂਟ ਹੈ। ਸਪੇਸ ਦੀਆਂ ਐਪਲੀਕੇਸ਼ਨਾਂ ਨੂੰ ਲੈ ਕੇ ਇੱਕ ਸੈਂਟਰ ਬਣਿਆ ਹੋਇਆ ਅਹਿਮਦਾਬਾਦ ਗੁਜਰਾਤ ਦੇ ਵਿੱਚ, ਸਾਨੂੰ ਆਈਡੀਆ ਰਵੇ। ਦੋ ਇੰਸਟੀਟਿਊਟ ਬਹੁਤ ਇੰਪੋਰਟੈਂਟ ਨੇ, ਪੇਪਰ 'ਚ ਪੁੱਛੇ ਜਾਂਦੇ ਨੇ ਬਾਰ-ਬਾਰ ਕਿ ਨੈਸ਼ਨਲ ਰਿਮੋਟ ਸੈਂਸਿੰਗ ਇੰਸਟੀਟਿਊਟ ਕਿੱਥੇ ਹੈ? ਇੱਕ ਤਾਂ ਸੈਂਟਰ ਜਿਹੜਾ ਹੈਗਾ ਇਹ ਤਾਂ ਹੈਦਰਾਬਾਦ ਦੇ ਵਿੱਚ ਹੈ, ਠੀਕ ਹੈ, ਤੇਲੰਗਾਨਾ 'ਚ। ਇੱਕ ਪੁੱਛੇ ਦੇ ਨੇ ਇੰਡੀਅਨ ਇੰਸਟੀਟਿਊਟ ਆਫ ਰਿਮੋਟ ਸੈਂਸਿੰਗ, ਦੋਨਾਂ 'ਚ ਕਨਫਿਊਜ਼ ਨਹੀਂ ਹੋਣਾ। ਇੱਕ ਨੈਸ਼ਨਲ ਰਿਮੋਟ ਸੈਂਸਿੰਗ ਹੈ ਕਿ ਇੰਡੀਅਨ ਇੰਸਟੀਟਿਊਟ ਹੈ। ਇੰਡੀਅਨ ਇੰਸਟੀਟਿਊਟ ਦੇਹਰਾਦੂਨ ਦੇ ਵਿੱਚ ਹੈ ਉੱਤਰਾਖੰਡ 'ਚ, ਤੇ ਜਿਹੜਾ ਨੈਸ਼ਨਲ ਰਿਮੋਟ ਸੈਂਸਿੰਗ ਆ ਇਹ ਹੈਦਰਾਬਾਦ 'ਚ ਆ। ਇਹ ਦੋਨੋਂ ਹੀ ਮਹੱਤਵਪੂਰਨ ਨੇ, ਸਾਨੂੰ ਆਈਡੀਆ ਰਵੇ। ਅੰਤਰਿਕਸ਼ ਕਿੱਥੇ ਹੈ? ਬੈਂਗਲੁਰੂ ਦੇ ਵਿੱਚ ਹੀ ਹੈ, ਠੀਕ ਹੈ। ਫਿਰ ਇੱਕ ਆ ਤੁਹਾਨੂੰ ਪਤਾ ਹੀ ਹੋਊਗਾ ਕਿ ਸੈਮੀਕੰਡਕਟਰ ਲੈਬੋਰਟਰੀ ਆ ਜਿਹੜੀ ਸਾਡੀ ਮੁਹਾਲੀ ਦੇ ਵਿੱਚ, ਇਹ ਵੀ ਪੇਪਰ 'ਚ ਪੁੱਛੀ ਜਾ ਸਕਦੀ ਹੈ, ਸਾਨੂੰ ਆਈਡੀਆ ਰਵੇ, ਠੀਕ ਹੈ। ਇੱਕੋ ਹੀ ਯੂਨੀਵਰਸਿਟੀ ਹੈ ਸਪੇਸ ਦੀ ਜਿਹਨੂੰ ਇੰਡੀਅਨ ਇੰਸਟੀਟਿਊਟ ਆਫ ਸਪੇਸ ਸਾਇੰਸਿਸ ਐਂਡ ਟੈਕਨੋਲੋਜੀ ਕਿਹਾ ਜਾਂਦਾ ਹੈ, ਤੇ ਇਹ ਇੰਡੀਆ ਦੀ ਸਪੇਸ ਯੂਨੀਵਰਸਿਟੀ ਇਕਲੌਤੀ ਹੈ ਕਿੱਥੇ ਆ? ਇਹ ਵੀ ਕੇਰਲਾ ਦੇ ਤ੍ਰਿਵੇਂਦਰਪੁਰਮ ਦੇ ਵਿੱਚ ਹੀ ਪੈਂਦੀ ਹੈ। ਫੈਕਚੁਅਲ ਇਨਫੋਰਮੇਸ਼ਨ ਸੀਗੀ, ਇੱਕ ਵਾਰ ਮੈਂ ਗੋ ਥਰੂ ਕਰਤਾ, ਪਰ ਇਹ 'ਚ ਬੜਾ ਕੁਝ ਹੈ ਨਹੀਂ ਸੀ ਦੱਸਣ ਵਾਲਾ, ਤੁਹਾਨੂੰ ਯਾਦ ਹੀ ਕਰਨੀਆਂ ਪੈਣੀਆਂ ਚੀਜ਼ਾਂ। ਸਮਹਾਉ ਚੀਜ਼ਾਂ ਨੂੰ ਲਿੰਕ ਕਰਕੇ ਤੁਸੀਂ ਯਾਦ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ। ਹੁਣ ਅਸੀਂ ਇੰਟਰਨੈਸ਼ਨਲ ਕੋਆਪਰੇਸ਼ਨ ਦੀ ਗੱਲ ਕਰਦੇ ਹਾਂ। ਇਹ ਵੀ ਫੈਕਚੁਅਲ ਜਿਹਾ ਡਾਟਾ, ਜ਼ਿਆਦਾਤਰ ਇਹਦੇ ਵਿੱਚ ਫੈਕਟ ਆ ਰਹੇ ਨੇ, ਕਨਸੈਪਟ ਅੱਗੇ ਆਉਣਗੇ ਜਦੋਂ ਮੈਂ ਆਰਬਿਟ ਪੜ੍ਹਾਏ, ਜਦੋਂ ਮੈਂ ਲਾਂਚਰਸ ਪੜ੍ਹਾਏ। ਸ਼ੁਰੂ ਵਾਲਾ ਪੋਰਸ਼ਨ ਜ਼ਿਆਦਾ ਫੈਕਟ ਤੇ ਆਧਾਰਿਤ ਹੈ ਕਿਉਂਕਿ ਫੈਕਟ ਬਹੁਤ ਪੁੱਛੇ ਜਾਂਦੇ ਆ ਜੇ ਆਪਾਂ PSSSB ਦੇ ਕੰਸਰਨ 'ਚ ਗੱਲ ਕਰੀਏ। ਚੰਦਰਯਾਨ 1 ਨੂੰ ਪੂਰੀ ਡਿਟੇਲ 'ਚ ਪੜਾਂਗੇ ਅੱਗੇ ਆਪਣੇ ਇਸੇ ਲੈਕਚਰ ਸੀਰੀਜ਼ ਦੇ ਵਿੱਚ ਹੀ, ਇਸੇ ਸਪੇਸ ਚੈਪਟਰ ਦੇ ਅੰਡਰ। ਚੰਦਰਯਾਨ 1 ਕਿਹਦੇ ਨਾਲ? ਸਾਡਾ ਇਸਰੋ ਤੇ ਨਾਸਾ। ਇਹ ਹੈਗਾ ਕਿ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਕਿਹੜੀਆਂ ਏਜੰਸੀਆਂ ਜਾਂ ਕਿਹੜੇ ਦੇਸ਼ਾਂ ਨਾਲ ਮਿਲ ਕੇ ਕੁਝ ਚੀਜ਼ਾਂ ਲਾਂਚ ਕੀਤੀਆਂ ਨੇ, ਉਸ ਐਂਗਲ ਤੋਂ ਸਿਰਫ ਆਪਾਂ ਇਸ ਚੀਜ਼ ਨੂੰ ਪੜ੍ਹਨਾ। ਇਸਰੋ ਭਾਰਤ ਦੀ, ਨਾਸਾ ਅਮਰੀਕਾ ਦੀ, ਦੋਨਾਂ ਨੇ ਰਲ ਕੇ ਚੰਦਰਯਾਨ 1 ਤੇ ਕੰਮ ਕੀਤਾ ਸੀ। ਚੰਦਰਯਾਨ 1 ਹੈ ਕੀ ਸੀ ਕਿ ਮੂਨ ਦੇ ਉੱਤੇ, ਚੰਦ ਦੇ ਉੱਤੇ ਭੇਜਿਆ ਸੀਗਾ ਮਿਸ਼ਨ। ਅੱਗੇ ਆ ਜਾਓ ਪਾਣੀ ਲੱਭਣ ਵਾਸਤੇ। ਮੇਗਾ ਟ੍ਰੋਪਿਕਸ, ਜਿਹੜਾ ਮੇਗਾ ਟ੍ਰੋਪਿਕਸ ਹੈ ਇਹ ਫਰਾਂਸ ਦੇ ਨਾਲ ਰਲ ਕੇ ਆ। ਭਾਰਤ ਦੇ ਤੇ ਫਰਾਂਸ ਦੀ ਜੁਆਇੰਟ ਆਪਰੇਸ਼ਨ ਸੀਗਾ। ਕੰਮ ਕੀ ਸੀਗਾ ਕਿ ਜਿਹੜੇ ਮੌਨਸੂਨ ਜਾਂ ਫਿਰ ਸਾਈਕਲੋਨ ਆਉਂਦੇ ਨੇਗੇ, ਠੀਕ ਹੈ, ਉਹਦੀ ਪ੍ਰੈਡਿਕਸ਼ਨਾਂ ਲਾਉਣੀਆਂ ਕਿ ਵਾਤਾਵਰਨ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੈਦਰ ਫੋਰਕਾਸਟਿੰਗ ਦਾ ਇੱਕ ਤਰ੍ਹਾਂ ਦਾ ਕੰਮ ਸੀਗਾ ਇਸ ਮਿਸ਼ਨ ਦਾ। ਸਰਲ ਮਿਸ਼ਨ ਦੀ ਫੁੱਲ ਫਾਰਮ ਪਤਾ ਹੋਵੇ, ਸੈਟੇਲਾਈਟ ਫॉर ਅਲਟਿਕਾ ਐਂਡ ਅਰਗੋਸ।
ਇਹ ਫਰਾਂਸ ਦੇ ਨਾਲ ਸੀਗਾ। ਬੇਸਿਕਲੀ ਇਹਦਾ ਕੰਮ ਸੀਗਾ ਓਸ਼ੀਅਨਸ ਦੀ ਸਟੱਡੀ ਕਰਨਾ, ਮਤਲਬ ਇਹ ਇੱਕ ਸੈਟੇਲਾਈਟ ਲਾਂਚ ਕੀਤਾ ਕਿ ਓਸ਼ੀਅਨ ਦੀ ਸਟੱਡੀ ਕਰਨਾ ਕਿ ਓਸ਼ੀਅਨ ਦੇ ਵਿੱਚ ਕਿਵੇਂ ਬਦਲਾਅ ਹੋ ਰਹੇ ਨੇ, ਸਮੁੰਦਰਾਂ ਦਾ ਲੈਵਲ ਕਿਵੇਂ ਅਪ ਹੋ ਰਿਹਾ ਜਾਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਉੱਥੇ ਕਿਵੇਂ ਵੱਧ ਰਹੀ ਹੈ, ਉਹ ਸਾਰੀਆਂ ਚੀਜ਼ਾਂ ਦੀ ਸਟੱਡੀ ਲਈ ਸਰਲ ਸੀ। ਤੇ ਕਿਹਦੇ ਨਾਲ ਸੀਗਾ? ਇਹ ਫਰਾਂਸ ਦੇ ਨਾਲ ਸੀਗਾ। ਇਹ ਇੰਪੋਰਟੈਂਟ ਹੈ, ਕਈ ਵਾਰ ਪੁੱਛਿਆ ਇਹਦੀ ਫੁੱਲ ਫਾਰਮ। ਐਨ ਦਾ ਮਤਲਬ ਨਾਸਾ, ਆਈ ਦਾ ਮਤਲਬ ਇਸਰੋ, SAR ਹੈਗਾ ਸਿੰਥੈਟਿਕ ਅਪਰਚਰ ਰਡਾਰ। ਫੁੱਲ ਫਾਰਮ ਸਿੱਧੀ ਯਾਦ ਹੋਵੇ, ਪੇਪਰ ਪੁੱਛ ਚੁੱਕਿਆ ਪਿਛਲੇ ਕਈ ਪੇਪਰਾਂ ਦੇ ਵਿੱਚ, ਤੇ ਪਤਾ ਤਾਂ ਲੱਗ ਹੀ ਗਿਆ ਉਹ ਫੁੱਲ ਫਾਰਮ ਤੋਂ ਸੌਰੀ ਕਿ ਨਾਸਾ ਤੇ ਇਸਰੋ। ਨਾਸਾ ਹੋ ਗਈ ਸਾਡੀ US ਦੀ, ਤੇ ਇਸਰੋ ਹੋ ਗਈ ਭਾਰਤ ਦੀ ਏਜੰਸੀ। ਫਿਰ ਇੱਕ ਪ੍ਰੋਜੈਕਟ ਸੀਗਾ ਉੱਨਤੀ ਮਿਸ਼ਨ, ਇਹ 'ਚ ਕਈ ਦੇਸ਼ ਸੀਗੇ, ਮਤਲਬ ਇਹ ਇਨੀਸ਼ੀਏਟਿਵ ਸੀਗਾ ਕਾਫੀ ਸਾਰੇ ਦੇਸ਼ਾਂ ਦਾ, ਇਹ 'ਚ ਕਿਸੇ ਇੱਕ ਦਾ ਨਾਮ ਨਹੀਂ ਲਿਆ ਜਾ ਸਕਦਾ। ਇਹ ਬੇਸਿਕਲੀ ਇਹੀ ਸੀ ਕਿ ਛੋਟੇ ਛੋਟੇ ਸੈਟੇਲਾਈਟ ਬਣਾਏ ਜਾਣ ਤੇ ਦੇਸ਼ਾਂ ਨੂੰ ਇੱਕ ਇਨੀਸ਼ੀਏਟਿਵ ਸੀ ਕਿ ਬਾਕੀ ਦੇਸ਼ਾਂ ਨੂੰ ਵੀ ਉਤਸ਼ਾਹਿਤ ਕਰਿਆ ਜਾਵੇ ਕਿ ਤੁਸੀਂ ਵੀ ਇਸ ਫੀਲਡ ਦੇ ਵਿੱਚ ਆਓ, ਹਨਾ, ਇਸ ਫੀਲਡ ਦੇ ਵਿੱਚ ਆ ਕੇ ਤੁਸੀਂ ਵੀ ਆਪਣਾ ਸਪੇਸ ਨੂੰ ਐਕਸਪਲੋਰ ਕਰੋ। ਇਹ ਕੁਝ ਪ੍ਰੋਜੈਕਟਸ ਹੋ ਗਏ।